ਹੋ ਕੁਛ ਹੋ ਰਿਹਾ ਤੇ ਸਾਨੂੰ ਦਿਖਾਇਆ ਕੁਛ ਹੋਰ ਜਾ ਰਿਹਾ। ਦਿਖਾਇਆ ਇਹ ਜਾ ਰਿਹਾ ਕਿ ਵੀਜ਼ਾਸ ਨਹੀਂ ਆ ਰਹੇ, ਵੀਜ਼ਾਸ ਅੱਛੀਆਂ ਪ੍ਰੋਫਾਈਲਸ ਦੇ ਵੀ ਨਹੀਂ ਆਏ। ਦਿਖਾਇਆ ਇਹ ਜਾ ਰਿਹਾ ਚਾਂਗੜਾ ਮਾਰਦੇ ਨੇ ਕੁਛ 4-5 ਏਜੰਟ, ਦੇਖੋ 2 5 5.5 ਤੇ ਲਵਾਤਾ। ਇਹ ਨਹੀਂ ਹੈ ਕਿ ਇੱਕ ਦਾ ਵੀਜ਼ਾ ਆ ਗਿਆ ਇੱਕ ਮੋਡਿਊਲ ਚੋਂ 5 ਜਾਂ ਘੱਟ ਨਾਲ ਤਾਂ ਇਹਦਾ ਮਤਲਬ ਸਾਰਿਆਂ ਦਾ ਆਊਗਾ। ਇਹ ਨਹੀਂ ਹੈ ਕਿ ਅਗਰ ਇੱਕ ਬੱਚੇ ਦਾ ਵੀਜ਼ਾ ਵਧੀਆ ਪ੍ਰੋਫਾਈਲ ਹੋਣ ਦੇ ਬਾਵਜੂਦ ਰਿਜੈਕਟ ਹੋ ਗਿਆ ਤਾਂ ਹੁਣ ਸਾਰੀਆਂ ਵਧੀਆ ਪ੍ਰੋਫਾਈਲਾਂ ਹੀ ਰਿਜੈਕਟ ਹੋਣਗੀਆਂ। ਫਾਈਲ ਲਾਉਂਦਾ ਕੌਣ ਆ? ਅੱਜ ਦੇ ਟਾਈਮ ਦੇ ਵਿੱਚ ਵੀ ਮੈਂ ਦੇਖਿਆ, ਮੈਨੂੰ ਵੀ ਮੌਕਾ ਮਿਲਿਆ ਪੁਰਾਣੀ ਸਰਕਾਰ 'ਚ, ਅਕਾਲੀਆਂ ਦੀ ਸਰਕਾਰ 'ਚ, ਕਾਂਗਰਸ ਸਰਕਾਰ ਦੇ ਵਿੱਚ ਵੀ, ਹੁਣ ਵੀ ਕਰੰਟ ਵੀ ਮੈਨੂੰ ਬਹੁਤ ਵਾਰ ਮੌਕਾ ਮਿਲਿਆ ਕਿ ਕਿਸੇ ਨਾ ਕਿਸੇ ਵਜ੍ਹਾ ਨਾਲ ਆਪਾਂ MLA ਨੂੰ ਜਾਂ ਕੈਬਨਿਟ ਮਿਨਿਸਟਰ ਨੂੰ ਮਿਲਣਾ ਚਾਹਿਆ ਤੇ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਵੀ ਤਰ੍ਹਾਂ ਦੀ। ਕੋਈ ਮਤਲਬ ਐ ਨਹੀਂ ਹੈ ਕਿ ਆਪਾਂ ਨੂੰ ਜੀ 4-4 3-3 ਮਹੀਨੇ ਮਤਲਬ ਉਹਨਾਂ ਦਾ ਕੋਈ ਐਟੀਟਿਊਡ ਆ, ਨਹੀਂ ਮਿਲਦੇ ਆ ਲੋਕ। ਉਹ ਇੱਕ ਟਾਈਮ ਆ, ਉਹ ਟਾਈਮ ਦੇ ਵਿੱਚ ਮਿਲਦੇ ਆ। ਪਰ ਤੁਸੀਂ ਪੰਜਾਬ ਦੇ ਕਿਸੇ ਏਜੰਟ ਨੂੰ ਮਿਲ ਕੇ ਦਿਖਾਓ, MLA ਕੈਬਨਿਟ ਮਿਨਿਸਟਰ ਤੁਹਾਨੂੰ ਮਿਲ ਲੈਣਗੇ, ਇਹ ਨਹੀਂ ਤੁਹਾਨੂੰ ਮਿਲਣਗੇ। 2 ਵਜ੍ਹਾ, ਇੱਕ ਜਾਂ ਤਾਂ ਇਹਨਾਂ ਨੂੰ ਆਉਂਦਾ ਨਹੀਂ ਕੰਮ ਕਿਉਂਕਿ ਪਤਾ ਹੀ ਹੈ ਨਹੀਂ, ਕੁਝ ਬੱਚੇ ਨੇ ਕੋਈ ਕੁਐਸਚਨ ਪੁੱਛ ਲੈਣਾ। ਦੂਸਰਾ, ਇਹ ਮੰਤਰੀਆਂ ਤੋਂ ਵੀ ਉੱਪਰਲਾ ਸਟੇਟਸ ਹੋ ਗਿਆ ਇਹਨਾਂ ਦਾ ਵੀ, ਅਸੀਂ ਤਾਂ ਹੁਣ ਬਹੁਤ ਵੱਡੇ ਹੋ ਗਏ। ਹੁਣ ਸੋਚੋ ਜਿਹੜਾ ਮਿਲ ਨਹੀਂ ਰਿਹਾ ਜੀ ਇੱਕ ਨੂੰ, ਉਹਦੀ ਫਾਈਲ ਕਿਵੇਂ ਬਣਾ ਰਿਹਾ ਹੋਊਗਾ? ਫਾਈਲ ਬਣਾਉਂਦਾ ਕੌਣ ਆ? ਇਹਨਾਂ ਦੇ ਦਫ਼ਤਰਾਂ 'ਚ ਬੈਠੀਆਂ ਲੜਕੀਆਂ ਜਿਹੜੀਆਂ ਬ੍ਰਾਂਚਸ ਨੇ, ਹੈੱਡ ਆਫਿਸ ਚੰਡੀਗੜ੍ਹ, ਬ੍ਰਾਂਚ ਆਫਿਸਿਸ ਨੇ ਆਲ ਓਵਰ ਪੰਜਾਬ ਦੇ ਜਿਹੜੇ ਬ੍ਰਾਂਚ ਆਫਿਸਿਸ ਨੇ ਉੱਥੇ ਹੀ ਬੱਚਿਆਂ ਨੂੰ ਰਜਿਸਟਰਡ ਕਰਕੇ, ਉਹੀ ਉਹਨਾਂ ਨੂੰ ਕੋਰਸ ਦੇ ਕੇ, ਉੱਥੇ ਹੀ ਉਹਨਾਂ ਦੀ ਫਾਈਲ ਬਣਾ ਕੇ ਉੱਥੋਂ ਹੀ ਲੌਜਮੈਂਟ ਹੋ ਜਾਂਦੀ ਆ ਫਾਈਲ ਦੀ, ਕਿਉਂਕਿ ਆਨਲਾਈਨ ਹੁੰਦੀ ਆ ਅੱਜ ਕੱਲ੍ਹ। ਸੋ ਫਾਈਲ ਤੁਹਾਨੂੰ ਬੰਡਲ ਬਣਾ ਕੇ ਤੁਹਾਨੂੰ ਚੰਡੀਗੜ੍ਹ ਭੇਜਣ ਦੀ ਵੀ ਜ਼ਹਿਮਤ ਨਹੀਂ ਉਠਾਉਣੀ ਪੈਂਦੀ। ਉਹ ਕੁੜੀਆਂ ਉੱਥੇ ਹੀ ਬੈਠੀਆਂ ਜਿੱਤਵਾਲ, ਮੋਗੇ, ਜਗਰਾਓਂ ਤੇ ਹਰ ਜਗ੍ਹਾ 'ਚ, ਮਤਲਬ ਜਲੰਧਰ, ਅੰਮ੍ਰਿਤਸਰ, ਉੱਥੋਂ ਫਾਈਲ ਲਾ ਦਿੰਦੀਆਂ ਤੇ ਹੈੱਡ ਆਫਿਸ ਵਾਲਿਆਂ ਨੂੰ ਨਹੀਂ ਪਤਾ ਹੁੰਦਾ। ਉਹਨਾਂ ਨੂੰ ਬਸ ਇਹ ਹੁੰਦਾ ਵੀ ਕਲੈਕਸ਼ਨ ਕਿੰਨੀ ਹੋ ਗਈ ਅੱਜ। ਤੁਸੀਂ ਜਿਹੜੀ ਗੇਮ ਅੱਜ ਚੱਲ ਰਹੀ ਹੈ ਪੰਜਾਬ ਦੇ ਵਿੱਚ, ਉਹ ਇਹ ਚੱਲ ਰਹੀ ਹੈ ਕਿ ਫਾਈਲ ਲੌਜਮੈਂਟ ਕਿੰਨੀਆਂ ਹੁੰਦੀਆਂ ਨੇ, ਇੱਕ ਬੰਦਾ ਕਿੰਨੀਆਂ ਫਾਈਲਾਂ ਆਪ ਬਣਾਵੇ। ਉਹਨਾਂ ਨੂੰ ਲੱਗਦਾ ਮੈਂ ਬਣਾਵਾਂ ਵੀ ਕਿਉਂ? ਅੱਜ ਤੱਕ ਵੀ ਆਪਾਂ ਖੁਦ ਫਾਈਲ ਜਦੋਂ ਤੱਕ ਸਾਈਨ ਨਹੀਂ ਹੁੰਦੇ ਸਾਡੇ ਕੰਪਨੀ 'ਚੋਂ ਫਾਈਲ ਅੰਬੈਸੀ ਦੇ ਵਿੱਚ ਨਹੀਂ ਜਾਂਦੀ। ਐਂਡ ਤੱਕ ਕਾਲਜ ਕੋਰਸ ਪਤਾ ਕਰਨਾ, ਮਤਲਬ ਮੈਂ ਹਮੇਸ਼ਾ ਕਿੰਨੀ ਵਾਰ ਕਹਿਣਾ ਕਿ ਇੱਕ ਬੰਦਾ ਪ੍ਰੂਵ ਕਰ ਦਵੇ ਕਿ ਆਹ ਬੱਚੇ ਨੂੰ ਆਹ ਕਾਲਜ ਆਹ ਕੋਰਸ ਇਹਦੀ ਪ੍ਰੋਫਾਈਲ ਹਿਸਾਬ ਦੇ ਨਾਲ ਗਲਤ ਦਿੱਤਾ ਸਵਰਨ ਸੰਧੂ ਨੇ ਜਾਂ ਉਹਦੇ ਕਿਸੇ ਸਟਾਫ ਨੇ, ਮੈਂ ਜੋ ਕਹੋਗੇ ਤੁਹਾਡੇ ਲਈ ਸਜ਼ਾ ਭੁਗਤਣ ਲਈ ਤਿਆਰ ਆ। ਪ੍ਰੋਬਲਮ ਕਿੱਥੇ ਆ? ਜਿੰਨੇ ਵੀਜ਼ਾ ਆਫਿਸਰਸ ਨੇ, ਪਹਿਲਾਂ ਤਾਂ ਅੰਬੈਸੀ ਦੇ ਵਿੱਚ ਵੀਜ਼ਾ ਆਫਿਸਰਸ ਨੇ, ਫਿਰ ਉਹਨਾਂ ਦੇ ਉੱਪਰ ਸੀਨੀਅਰ, ਫਿਰ ਚੀਫ ਵੀਜ਼ਾ ਆਫਿਸਰ, ਕੌਂਸਲੇਟ ਜਨਰਲ ਨੇ ਜਿਹੜੇ ਉਹਨਾਂ ਦੇ ਹਰ ਰੋਜ਼ ਰੂਲ ਨਹੀਂ ਚੇਂਜ ਕਰਦੇ। ਇਹਨਾਂ ਦਾ ਇੱਕ ਕ੍ਰਾਈਟੇਰੀਆ, ਉਹ ਸੈੱਟ ਕ੍ਰਾਈਟੇਰੀਆ ਆ, ਉਹਦੇ ਅਕੋਰਡਿੰਗ ਹੀ ਇਹ ਸਾਰਿਆਂ ਨੂੰ ਇਹਨਾਂ ਨੇ ਵੀਜ਼ਾਸ ਦੇਣਾ। ਸੌਫਟਵੇਅਰ ਬੇਸਡ ਸਿਸਟਮ ਹੈ ਇਹਨਾਂ ਦਾ ਸਾਰਾ। ਜਿਵੇਂ ਇਹਨਾਂ ਦੇ ਜਾਂਦੀ ਹੈ, ਜੇ ਤੁਸੀਂ ਕੇਪਸ ਨੋਟ ਮੰਗਵਾਉਂਦੇ ਹੋ, ਉਹ 18-18 20-20 ਪੇਜ ਆਉਂਦੇ ਆ, ਉਹਦੇ 'ਚ ਲਿਖੇ ਜਦੋਂ ਇੱਕ ਚੀਜ਼ ਲਿਖੀ ਹੁੰਦੀ ਆ। ਉਹ ਕਿਵੇਂ ਲਿਖੀ ਆ ਗਈ ਤੁਹਾਡੀ? ਅੱਜ ਤੋਂ ਸਾਲ ਪਹਿਲਾਂ ਤੁਹਾਡਾ ਵੀਜ਼ਾ ਲੱਗਿਆ ਸੀਗਾ, ਸਾਲ ਪਹਿਲਾਂ ਤੁਸੀਂ ਫਾਈਲ ਅੰਬੈਸੀ ਦੇ ਵਿੱਚ ਪੇਪਰਾਂ ਨਾਲ ਫਾਈਲ ਦਿੱਤੀ ਸੀ, ਉਹ ਪੇਪਰਾਂ ਵਾਲੀ ਫਾਈਲ ਤਾਂ ਰੱਦੀ ਚਲੀ ਗਈ ਹੋਣੀ ਆ ਕਿਤੇ। ਉਹਨਾਂ ਨੂੰ 2 ਸਾਲ 4 ਸਾਲ ਬਾਅਦ ਕੀ ਪਤਾ ਲੱਗਿਆ ਕਿ ਤੁਸੀਂ ਉਦੋਂ ਕੀ ਸੀ, ਤੁਹਾਡਾ ਫਾਈਲ ਨੰਬਰ ਕੀ? ਹਰ ਇੱਕ ਫਾਈਲ ਨੂੰ ਸਿਸਟਮ 'ਚ ਪਾਉਂਦੇ ਆ, ਸਿਸਟਮ ਦੇ ਹਿਸਾਬ ਨਾਲ ਅੱਗੇ ਵਰਕਆਊਟ ਹੁੰਦਾ। ਵੀਜ਼ਾ ਦੀ ਕੈਨੇਡਾ ਹਾਈ ਕਮਿਸ਼ਨ ਦਾ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਉਹਨਾਂ ਵੱਲੋਂ ਕੋਈ ਗਲਤੀ ਕੀਤੀ ਜਾ ਰਹੀ ਹੈ ਜਾਂ ਉਹਨਾਂ ਵੱਲੋਂ ਕੋਈ ਚੁੱਕ ਆ ਜਾਂ ਉਹਨਾਂ ਨੇ ਕੋਈ ਸਿਸਟਮ ਚੇਂਜ ਕੀਤਾ। ਜਿੰਨੀਆਂ ਗਲਤੀਆਂ ਹੁੰਦੀਆਂ ਨੇ ਗਰਾਊਂਡ ਲੈਵਲ ਤੇ ਹੁੰਦੀਆਂ, ਇੱਥੋਂ ਹੀ ਸ਼ੁਰੂ ਹੁੰਦੀਆਂ ਨੇ। ਕਾਲਜ ਗਲਤ ਆ, ਕੋਰਸ ਗਲਤ ਆ, ਕਿਸੇ ਚੋਂ ਵੀ। ਹੁਣ ਦੇਖੋ ਕਿੱਡੀਆਂ ਬਲੰਡਰ ਹੁੰਦੀਆਂ। ਵਧੀਆ ਇਮੀਗ੍ਰੇਸ਼ਨ, ਕੋਈ ਤਾਂ ਇਹੋ ਜਿਹੀਆਂ ਇਮੀਗ੍ਰੇਸ਼ਨ ਕੰਪਨੀਆਂ ਨੇ ਜਿਨ੍ਹਾਂ ਦੇ ਓਨਰ ਵੀ ICCRC ਮੈਂਬਰ ਨੇ, ਬਟ ਅਨਫੋਰਚੂਨੇਟਲੀ ਜਾਂ ਤਾਂ ਕੈਨੇਡਾ ਬੈਠੇ ਹੋਏ ਨੇ ਜਾਂ ਹੈੱਡ ਆਫਿਸ ਵਿੱਚ ਬੈਠੇ ਹੋਏ ਨੇ, ਬ੍ਰਾਂਚਸ ਉਹਨਾਂ ਦੀਆਂ ਫਾਈਲਾਂ ਲਾ ਰਹੀਆਂ, ਬ੍ਰਾਂਚਸ ਦੇ ਵਿੱਚ ਬੈਠਾ ਸਟਾਫ ਫਾਈਲਾਂ ਲਾ ਰਿਹਾ। ਉਹ ਏਡੀਆਂ ਵੱਡੀਆਂ, ਮੈਨੂੰ ਲੱਗਦਾ ਵੀ ਡਾਕਟਰ ਨੂੰ MBBS MS ਕਰਕੇ ਤੇ ਆਪਰੇਸ਼ਨ ਕਰਨ ਲਈ ਪੂਰੇ ਪੰਜਾਬ 'ਚ ਆਪਣੀਆਂ ਟੀਮਾਂ ਲਗਾ ਦੇਣੀਆਂ ਚਾਹੀਦੀਆਂ ਨੇ ਕਿ ਮੈਂ MS ਤਾਂ ਮੈਂ ਆ, ਮਾਸਟਰ ਇਨ ਸਰਜਰੀ ਤਾਂ ਮੈਂ ਆ ਤੁਸੀਂ ਨਰਸੋ ਤੇ ਕੰਪਾਊਂਡਰੋ, ਤੁਸੀਂ ਜਾਓ ਤੇ ਜਾ ਕੇ ਖੋਲ ਕੇ ਠੀਕ ਕਰਕੇ ਆਓ। ਆ ਹੋ ਰਿਹਾ ਜੀ। ਪੜ੍ਹੇ ਲਿਖਿਆ ਜੀ, ਕਿੰਨੀ ਵਾਰ 1000 ਵਾਰ ਮੈਂ ਆਪਣੇ ਟੀਵੀ ਤੇ ਦੱਸਦਾ, ਇੰਨੀ ਨੌਲੇਜ ਆ ਨਾ ਤੁਹਾਨੂੰ, ਇੰਨੀ ਜ਼ਿਆਦਾ ਨੌਲੇਜ ਆ ਵੀ ਇੱਕ ਦੂਜੇ ਬਗਾਨੇ ਸ਼ਹਿਰ ਦੇ ਵੀ ਇੱਕ ਚੌਕ ਤੋਂ ਦੂਜੇ ਚੌਕ ਦੇ ਵਿੱਚ ਆਟੋ ਵਾਲੇ ਦਾ ਵੀ, ਰਿਕਸ਼ੇ ਵਾਲੇ ਦਾ ਵੀ, ਰੁਪਈਆਂ ਦਾ ਵੀ ਪਤਾ ਵੀ ਇੱਥੇ ਇੰਨਾ ਹੀ ਕਿਰਾਇਆ ਲੱਗਦਾ। ਇਹ ਵੀ ਪਤਾ ਤੁਹਾਨੂੰ। ਗੈਸ ਦੀ ਪਾਈਪ ਦਾ ਵੀ ਪਤਾ ਵੀ ISI ਮਾਰਕ ਲੱਗਿਆ ਹੁੰਦਾ, ਉਹ ਲੀਕ ਨਹੀਂ ਹੁੰਦੀ, ਪਰਿਵਾਰ ਸੇਫ ਰਹਿੰਦਾ ਵਾ। ਇੰਨੀਆਂ ਗੱਲਾਂ ਪਤਾ ਤੁਹਾਨੂੰ। ਕੋਈ ਮੂਰਖ ਥੋੜੀ ਨਾ ਬਣਾ ਸਕਦਾ ਵਾ ਕੋਈ ਬੰਦਾ ਤੁਹਾਨੂੰ ਕਵੇ ਵੀ ਐ ਗੱਲਾਂ ਬਾਤਾਂ ਚਲਾਵੇ, ਨਹੀਂ। ਬਟ ਇੱਕ ਚੀਜ਼ ਇਹੋ ਜਿਹੀ ਆ ਜਿੱਥੇ ਦਿਲ ਖੋਲ ਕੇ ਮੂਰਖ ਬਣਦੇ ਆ, ਜਿੱਥੇ ਦਿਲ ਖੋਲ ਕੇ ਆਪਣਾ ਉਹਦੇ ਸਾਹਮਣੇ ਦੇ ਆਉਂਦੇ ਆ ਵੀ ਤੂੰ ਬਸ ਜੀ ਹੱਥ ਜੋੜ ਕੇ ਤੁਸੀਂ ਰੱਬ ਵਰਗਾ ਫੇਥ ਆ।
ਬਟ ਉਹ ਕੋਈ ਚੈੱਕ ਹੀ ਨਹੀਂ ਕੀਤਾ ਬੰਦਾ ਕੌਣ ਆ, ਕਿੱਥੋਂ ਆਇਆ, ਕੀ ਉਹਦੀ ਬੈਕਗਰਾਉਂਡ ਸੀਗੀ, ਅੱਜ ਤੋਂ 5 ਸਾਲ 8 ਸਾਲ ਪਹਿਲਾਂ ਕੀ ਕਰਦਾ ਸੀਗਾ, ਕਿੰਨੀ ਕੁ ਨੌਲੇਜ ਆ ਉਹਨੂੰ ਇਸ ਦੇ ਵਿੱਚ, ਕਿਹੜੀਆਂ ਕੰਟਰੀਆਂ ਨੂੰ ਡੀਲ ਕਰਦਾ, ਉਸ ਕੰਟਰੀ ਦੇ ਵਿੱਚ ਬੈਕਗਰਾਉਂਡ ਕੀ ਆ, ਉਹ ਆਪ ਕਦੇ ਗਿਆ ਉਹ ਕੰਟਰੀ ਦੇ ਵਿੱਚ ਜਾਂ ਘੁੰਮ ਕੇ ਆਇਆ, ਉਹਦੀ ਪ੍ਰੋਫਾਈਲ ਕੀ ਆ, ਔਰ ਉਹਦੇ ਸਟਾਫ ਦੀ ਪ੍ਰੋਫਾਈਲ ਕੀ ਆ, ਕੀ ਉਹ ਕਦੇ ਟ੍ਰੇਨਿੰਗ ਦਿੰਦਾ, ਉਹ ਸਟਾਫ ਨੂੰ ਸਮਝਾਉਂਦਾ। ਬੱਚਤ ਤੋਂ ਦਾ ਦੇਖੋ, ਇਹ ਜਿਹੜੇ ਕਿੰਨੀ ਵਾਰ ਬੋਲਦਾ ਵੀ ਜਿਹੜੇ ਮਦਾਰੀ ਨੇ ਡੁਗਡੁਗੀ ਵਜਾਉਣੀ ਆ ਗਈ, ਆਜੋ ਮੈਂ ਤੁਹਾਨੂੰ ਤਮਾਸ਼ਾ ਦਿਖਾਉਣਾ, ਇੱਕ ਦੇ ਦੋ ਸਿੱਕੇ ਬਣਾਉਂਗਾ। ਕੰਮਕਾਰ ਆਪਣਾ ਛੱਡ ਕੇ ਤੋਂ ਆਸ-ਪਾਸ ਖੜਾਂਗੇ, ਫਿਰ ਅਸੀਂ ਕਹੀਏ ਵੀ ਮਦਾਰੀ ਤੋਂ ਬਚਿਆ ਕਿਵੇਂ ਜਾ ਸਕਦਾ ਜੀ, ਇਹਦਾ ਕੀ ਹੱਲ ਆ? ਇਹਦਾ ਹੱਲ ਨਾ ਜਾਓ, ਉਹਦੀਆਂ ਗੱਲਾਂ 'ਚ ਨਾ ਆਓ, ਮਤਲਬ ਤੁਸੀਂ ਬਚ ਸਕਦੇ ਹੋ। ਅਸੀਂ ਕੋਈ ਵੀ ਏਜੰਟ, ਕੋਈ ਵੀ ਦੁਨੀਆ ਦੀ ਤਾਕਤ ਤੁਹਾਨੂੰ ਇਹਨਾਂ ਤੋਂ ਬਚਾ ਨਹੀਂ ਸਕਦੀ। ਤੁਸੀਂ ਅਗਰ ਸਹੀ ਹੋ ਜਾਓ, ਤੁਸੀਂ ਚੂਜ਼ ਸਹੀ ਕਰਨਾ ਸ਼ੁਰੂ ਕਰ ਦੋ, ਉਹਦੇ ਲਈ ਤੁਹਾਨੂੰ ਕੀ ਆਉਂਦਾ ਵੀ ਤੁਹਾਡੇ ਦਿਮਾਗ 'ਚ ਜਿੱਦਣ ਇਹ ਗੱਲ ਨਿਕਲ ਗਈ ਵੀ ਅਸੀਂ ਵੀਜ਼ਾ ਲੈਣਾ, ਉਦੋਂ ਤੋਂ ਤੁਸੀਂ ਸਹੀ ਕੰਸਲਟੈਂਟ ਚੂਜ਼ ਕਰਨਾ ਸ਼ੁਰੂ ਕਰ ਦੋ, ਕਿਉਂਕਿ ਹਜੇ ਸਾਡੀ ਸੂਈ ਜਿੱਥੇ ਫਸੀ ਹੋਈ ਆ, ਉਹ ਸੂਈ ਫਸੀ ਆ ਵੀਜ਼ਾ ਲੈ ਦੋ ਬਸ। ਵੀਜ਼ਾ ਪਤਾ ਨਹੀਂ ਕਿਹੜੀ ਤੋਪ ਆ ਵੀ ਜਿਹੜੀ ਚੱਲਣੀ ਆ ਸਿੱਧੀ ਹੋ ਕੇ, ਵੀਜ਼ਾ ਲੈ ਦੋ ਵਾਲਾ। ਜਿੱਦਣ ਤੁਹਾਡਾ ਸੋਚ ਖਤਮ ਹੋ ਗਈ ਵੀ ਅਸੀਂ ਵੀਜ਼ਾ ਨਹੀਂ ਲੈਣਾ, ਅਸੀਂ ਆਪਣੇ ਬੱਚੇ ਨੂੰ ਕਾਮਯਾਬ ਕਰਨਾ, ਦੇਖੋ ਦੋ ਅਲੱਗ-ਅਲੱਗ ਗੱਲਾਂ ਨੇ, ਵੀਜ਼ਾ ਲੈ ਕੇ ਦੇਣਾ ਜਾਂ ਕਾਮਯਾਬ ਕਰਨਾ। ਜਿੱਦਣ ਸੋਚ ਪੰਜਾਬੀ ਉਹ ਚੇਂਜ ਹੋ ਗਈ ਵੀ ਵੀਜ਼ੇ ਤੋਂ ਹਟ ਕੇ ਕਾਮਯਾਬੀ ਵੱਲ ਚਲੀ ਗਈ, ਤੁਹਾਨੂੰ ਆਪਣੇ ਆਪ ਹੀ ਸਹੀ ਤੇ ਗਲਤ ਦਿਖਣਾ ਸ਼ੁਰੂ ਹੋ ਜਾਊਗਾ। ਸੋ ਸੋਚ ਬਦਲੋ ਆਪਦੀ। ਇਹ ਏਜੰਟ ਤਾਂ ਬੋਰੀਆ ਬਿਸਤਰਾ ਚੱਕ ਕੇ ਆਪੇ ਭੱਜ ਜਾਣਗੇ। ਅਗਰ ਤੁਸੀਂ ਕੈਨੇਡਾ ਲਈ ਤੁਹਾਨੂੰ ਲੱਗਦਾ ਐਲੀਜੀਬਲ ਨਹੀਂ ਹੋ, ਕਿਸੇ ਵੀ ਹੋਰ ਛੋਟੀ ਮੋਟੀ ਕੰਟਰੀ ਜਾਣ ਦੀ ਬਜਾਏ ਇੱਕ ਵਾਰ ਜ਼ਰੂਰ ਆ ਕੇ ਮਿਲੋ। USA ਦਾ ਵੀਜ਼ਾ ਲੈ ਕੇ ਦੇਵਾਂਗੇ। ਅਗਰ ਤੁਸੀਂ ਕੈਨੇਡਾ ਨਹੀਂ ਜਾ ਪਾ ਰਹੇ ਹੋ ਤਾਂ USA ਜਾਓ, ਉਸ ਤੋਂ ਬਾਅਦ ਦੇਖਿਓ ਫਿਰ ਕੋਈ ਹੋਰ ਕੰਟਰੀ ਦਾ ਹੱਲ। ਦੋ ਗੱਲਾਂ ਨੇ ਰਣਵੀਰ ਜੀ ਇਹਦੇ ਵਿੱਚ। ਪਹਿਲੀ ਗੱਲ ਇਹ ਆ ਕਿ ਤੁਸੀਂ ਆਪਣੇ ਭੈਣ ਭਰਾ, ਰਿਸ਼ਤੇਦਾਰ, ਬੇਟੇ ਬੇਟੀਆਂ ਨੂੰ ਮਿਲਣ ਜਾਣਾ, ਕੋਈ ਪ੍ਰੋਬਲਮ ਨਹੀਂ ਆ। ਦੂਸਰੀ ਗੱਲ ਇਹ ਆ ਕਿ ਅਗਰ ਤੁਸੀਂ ਕਿਸੇ ਪਰਪਸ ਲਈ ਜਾਣਾ ਹੈ, ਕਿਸੇ ਕੰਮ ਲਈ ਜਾਣਾ ਤੁਸੀਂ, ਤਾਂ ਤੁਹਾਡਾ ਬਿਜ਼ਨਸ ਵੀਜ਼ਾ ਲੱਗਦਾ, ਉਹਦੇ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਫਾਰਮੈਲਿਟੀ ਦੀ ਲੋੜ ਨਹੀਂ ਹੈ। ਤੁਸੀਂ ਆਪਣਾ ਪਰਪਸ ਦੱਸਣਾ ਆ। ਜਦੋਂ ਤੱਕ ਤੁਹਾਡਾ ਪਰਪਸ ਕਲੀਅਰ ਆ, ਤੁਹਾਡਾ ਵੀਜ਼ਾ ਕੋਈ ਨਹੀਂ ਰੋਕਦਾ। ਇਹਨਾਂ ਦੋਨਾਂ ਤੋਂ ਇਲਾਵਾ ਜਿਹੜੀ ਤੀਸਰੀ ਗੱਲ ਆ ਉਹ ਇਹ ਆ ਕਿ ਜੀ ਮੈਂ ਤਾਂ ਐਵੇਂ ਹੀ ਘੁੰਮਣ ਫਿਰਨ ਚੱਲਿਆ। ਉਹ ਐਵੇਂ ਜਿਹੜੇ ਘੁੰਮਣ ਫਿਰਨ ਚੱਲਿਆ, ਅਗਰ ਉਹਨਾਂ ਦੀਆਂ ਕੁਝ ਇੰਟੈਂਸ਼ਨਸ ਨੇ ਜਾਂ ਉਹਨਾਂ ਦੀ ਕੋਈ ਬੈਕਗਰਾਉਂਡ ਹੈਗੀ ਆ, ਕੋਈ ਵੀ ਕੁਝ ਰੀਜ਼ਨ ਆ, ਕੋਈ ਵਜ੍ਹਾ ਵਾ, ਜਾਂਦਾ ਆ ਹਰ ਸਾਲ ਕੁਝ ਨਾ ਕੁਝ ਆ, ਉਹ ਵੀ ਕੋਈ ਪ੍ਰੋਬਲਮ ਨਹੀਂ ਆ। ਕੋਈ ਆਫੀਸ਼ੀਅਲੀ ਨਹੀਂ ਹਜੇ ਤੱਕ ਮੈਨੂੰ ਨਹੀਂ ਲੱਗਦਾ ਕੋਈ ਐਵੇਂ ਦਾ ਆਊਗਾ, ਕਿਉਂਕਿ ਆਲਮੋਸਟ ਸਾਰਾ ਅਪਲਾਈ ਕਰ ਦੇਣਾ ਚਾਹੀਦਾ ਖੁੱਲ ਚੁੱਕਿਆ। ਮਨਾ ਤਾਂ ਨਹੀਂ ਕਰਨਗੇ ਇਸ ਚੀਜ਼ ਨੂੰ ਕਿ ਜੀ ਤੁਹਾਡਾ ਰਿਫਿਊਜ਼ ਕਰਤਾ, ਤੁਸੀਂ ਤਾਂ ਬਿਨਾਂ ਦੱਸੇ ਪਾਤਾ। ਨਹੀਂ, ਉਹ ਡਰ ਜਿਹਾ ਰੱਖ ਲਓ। ਹਾਂਜੀ, ਡਰ ਜਿਹਾ ਹੀ ਆ, ਕੁਝ ਨਹੀਂ ਐਵੇਂ ਦਾ। ਤੁਸੀਂ ਅਪਲਾਈ ਕਰੋ। ਅਸੀਂ ਆ ਰਹੇ ਸਾਡੇ ਕੋਲ ਵੀਜ਼ਾ, ਅਸੀਂ ਬਿਜ਼ਨਸ ਵੀਜ਼ਾ ਵੀ ਲੈ ਰਹੇ ਹਾਂ, ਤੇ ਬਹੁਤ ਸਾਰੇ, ਜਿਵੇਂ ਰਣਵੀਰ ਜੀ ਨੇ ਕਿਹਾ, ਬਿਜ਼ਨਸ ਬਾਏ ਕਰਨ ਦੀ ਬਹੁਤ ਲੋਕਾਂ ਨੂੰ ਉਧਰ ਥੋੜਾ ਜਿਹਾ ਅੱਜ ਕੱਲ ਜਾਗਰੂਕ ਹੋ ਰਹੇ ਨੇ। ਸਾਡੇ ਕੋਲ ਬਹੁਤ ਕੁਐਰੀਜ਼ ਆ ਰਹੀਆਂ। ਕੈਨੇਡਾ ਆਫਿਸ ਦੇ ਵਿੱਚ ਵੀ ਬਹੁਤ ਲੋਕਾਂ ਨੇ ਅਪਰੋਚ ਕੀਤਾ, ਬੱਚਿਆਂ ਨੇ ਉਧਰੋਂ ਅਪਰੋਚ ਕੀਤਾ ਸਾਡੇ ਕੋਲ ਕਿ ਸਾਡੇ ਪੇਰੈਂਟਸ ਨੂੰ ਗਾਈਡ ਕਰੋ, ਉਧਰੋਂ ਫੰਡਸ ਵਗੈਰਾ ਟ੍ਰਾਂਸਫਰ ਕਰਨ, ਅਸੀਂ ਇੱਧਰ ਘਰ ਲੈਣਾ ਆ ਜਾਂ ਪ੍ਰਾਪਰਟੀ। ਕਿਉਂਕਿ ਪਿਛਲੇ 4 ਮਹੀਨੇ ਤੋਂ ਜਿਹੜੇ ਤੁਹਾਡੇ ਕੈਨੇਡਾ ਦੇ ਵਿੱਚ ਹੈਗੇ ਨੇ ਰਿਸ਼ਤੇਦਾਰ, ਭੈਣ ਭਰਾ, ਉਹਨਾਂ ਨੂੰ ਪੁੱਛੋ, ਬਰੈਂਪਟਨ, ਮਿਸੀਸਾਗਾ, ਓਨਟਾਰੀਓ, ਮਤਲਬ ਇੱਕ ਹੁੰਦਾ ਨਾ ਹਾਈਕ ਵਧਣੀ ਹੈ, ਇੱਕ ਹੁੰਦਾ ਅੱਗ ਲੱਗ ਜਾਣੀ ਪ੍ਰਾਪਰਟੀ ਨੂੰ। ਅੱਜ ਕੋਈ ਬੰਦਾ $4 ਲੱਖ ਦੀ ਖਰੀਦਦਾ, ਉਹ ਮਹੀਨੇ ਬਾਅਦ ਹੀ 5 ਲੱਖ ਦੀ ਜਾਂ $5.5 ਲੱਖ ਦੀ ਹੋ ਰਹੀ ਹੈ। ਮਤਲਬ ਲੈ ਕੇ ਦੇ ਰਿਹਾ ਜੀ ਵੀਜ਼ਾ ਪਰਮਾਨੈਂਟ ਰੈਜ਼ੀਡੈਂਸੀ ਲਈ, ਬਿਜ਼ਨਸ, ਵਿਜ਼ਿਟਰ, ਟੂਰਿਸਟ, ਸਪਾਊਸ ਵੀਜ਼ਾ, ਕਿਸੇ ਵੀ ਤਰ੍ਹਾਂ ਦੀ ਕੋਈ ਕੁਐਰੀ ਆ, 9914219000 ਫੋਨ ਤੇ ਕਾਲ ਕਰੋ, ਅਪਾਇੰਟਮੈਂਟ ਲਵੋ, ਆਓ ਮਿਲੋ, ਆਪਾਂ ਤੁਹਾਨੂੰ ਗਾਈਡ ਕਰਾਂਗੇ। ਇੱਕ ਨਾ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਆਉਂਦਾ ਜੀ, ਜੋ ਮੈਨੂੰ ਸਮਝ ਆਇਆ, I-20 ਨਹੀਂ ਆਉਣ ਦਾ, ਡਾਇਰੈਕਟ ਯੂਨੀਵਰਸਿਟੀ ਕਾਲਜਸ ਨੂੰ ਡੀਲ ਨਹੀਂ ਕਰਦੇ। ਪਹਿਲਾਂ ਇਧਰੋਂ ਕਿਸੇ ਏਜੰਟ ਕੋਲ ਭੇਜਦੇ ਆ, ਇਹ ਏਜੰਟ B ਨੂੰ ਦਿੰਦਾ, B C ਨੂੰ ਦਿੰਦਾ, C D ਨੂੰ ਦਿੰਦਾ, ਪਤਾ ਨਹੀਂ ਕੌਣ ਕਿਹਨੂੰ ਅੱਗੇ ਫਾਰਵਰਡ ਕਰਕੇ ਪ੍ਰੋਫਾਈਲਾਂ ਜਦੋਂ ਉੱਥੇ ਤੱਕ ਆਉਂਦੀਆਂ, ਉਹ ਥੋੜਾ ਜਿਹਾ ਡਿਲੇ ਹੋ ਰਿਹਾ। ਸੋ I-20 ਆ ਰਹੇ ਨੇ ਟਾਈਮ ਦੇ ਉੱਪਰ। ਕੁਝ ਲੋਕ I-20 ਐਡਿਟ ਕਰਕੇ ਵੀ ਦੇ ਰਹੇ ਨੇ ਤੁਹਾਨੂੰ ਕਿ ਇਹਦੇ ਨਾਲ ਲਾ ਲਓ, ਕੈਨੇਡਾ ਦੇ ਵਿੱਚ ਫਿਰ ਕਿਤੇ ਨਾ ਕਿਤੇ ਤੁਸੀਂ ਚੱਲ ਜੂਗਾ ਤੁਹਾਡਾ ਕਿਸੇ ਨਾ ਕਿਸੇ ਤਰੀਕੇ ਨਾਲ। ਬਹੁਤ ਲੋਕਾਂ ਨੇ ਆਫਰ ਲੈਟਰਾਂ ਨਾਲ ਵੀਜ਼ੇ ਲਏ ਨੇ ਜਿਹੜੀਆਂ ਕਿ ਵੈਲਿਡ ਨਹੀਂ ਸੀ। USA 'ਚ ਕਦੇ ਵੀ ਭੁੱਲ ਕੇ ਵੀ ਇਹ ਗਲਤੀ ਨਾ ਕਰਿਓ ਕਿ ਕੋਈ ਗਲਤ ਜਾਂ ਐਡਿਟ ਕੀਤਾ ਹੋਇਆ ਡਾਕੂਮੈਂਟ ਲਾ ਦਿਓ, ਕਿਉਂਕਿ USA ਕੈਨੇਡਾ ਤੋਂ 100 ਗੁਣਾ ਜ਼ਿਆਦਾ ਸਖਤ ਆ, ਐਂਡ ਉਹ ਕਾਰਵਾਈ ਵੀ ਕਰਦੇ ਆ ਤੁਹਾਡੇ ਤੇ ਅਗਰ ਤੁਸੀਂ ਮਿਸਲੀਡ ਕਰਦੇ ਹੋ। ਕੱਲਾ ਬੈਨ ਨਹੀਂ ਲਾਉਂਦੇ, ਕਾਰਵਾਈ ਵੀ ਕਰਦੇ। ਇਹੋ ਜਿਹੇ ਕੰਸਲਟੈਂਟ ਚਾਹੀਦੇ ਆ ਜਿਹੜੇ ਵਨ ਸਟਾਪ ਸ਼ਾਪ ਹੋਵੇ, ਕਿ ਤੁਸੀਂ ਆਪਣੇ ਬੱਚੇ ਨੂੰ ਆਈਲੈਟਸ ਵੀ ਉੱਥੋਂ ਹੀ ਕਰਾ ਲਓ, ਆਪਣੇ ਬੱਚੇ ਦਾ ਵੀ ਵੀਜ਼ਾ ਉੱਥੋਂ ਹੀ ਲਵਾ ਲਓ, ਉਹ ਬੱਚੇ ਦੇ ਮਾਂ ਪਿਓ ਵੀ ਉੱਥੋਂ ਹੀ ਵੀਜ਼ਾ ਲਵਾ ਲੈਣ। ਕੱਲ ਨੂੰ ਉਹ ਬੱਚੇ ਦੀ ਸ਼ਾਦੀ ਹੁੰਦੀ ਆ, ਉਹ ਬੱਚੀ ਜਾਂ ਬੱਚਾ ਵੀ ਉੱਥੋਂ ਹੀ ਵੀਜ਼ਾ ਲਵਾ ਲੈਣ। ਫਿਰ ਮਾਂ ਪਿਓ ਦੀ PR, ਪਰਮਾਨੈਂਟ ਰੈਜ਼ੀਡੈਂਸੀ, ਭੈਣਾਂ ਦੀ, ਭਰਾਵਾਂ ਦੀ, ਸਾਰਿਆਂ ਦੀ। ਇਹ ਮਾਂ ਪਿਓ ਇਹੀ ਲੋਕ ਕਿਸੇ ਹੋਰ ਕੰਟਰੀ 'ਚ ਘੁੰਮਣ ਜਾਣਾ ਚਾਹੁੰਦੇ ਆ, ਬਸ ਉਹਨਾਂ ਨੂੰ ਜਾ ਕੇ ਦੱਸਣਾ ਹੀ ਆ, ਸਾਰੀ ਇਨਫੋਰਮੇਸ਼ਨ ਪਈ ਹੋਈ ਆ, ਤੇ ਤੁਹਾਨੂੰ ਦੇਣ
ਤੇ ਇਹ ਹੋਵੇ ਕਿ ਇਹ ਨਾ ਹੋਵੇ ਕਿ 6 ਮਹੀਨੇ ਸਾਲ 2 ਸਾਲ ਬਾਅਦ ਉਹ ਆਪਣਾ ਕੰਪਨੀ ਦਾ ਨਾਮ ਬਦਲ ਕੇ ਜਾਂ ਬੰਦ ਕਰਕੇ ਗਏ ਹੋਣ, ਜਾਂ ਜਿਹੜਾ ਉਹਨਾਂ ਦੇ ਉੱਥੇ ਸਟਾਫ ਬੈਠਾ ਹੋਇਆ ਉਹ ਸਟਾਫ ਬਦਲ ਗਿਆ, ਓਨਰ ਨੂੰ ਕਦੇ ਮਿਲੇ ਨਹੀਂ ਸੀ, ਉਹ ਕੁੜੀਆਂ ਛੱਡ ਕੇ ਚਲੀ ਗਈਆਂ ਜਿਹੜੀਆਂ ਨਵੀਆਂ ਆਈਆਂ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕਿਹੜੀ ਰੇਖਾ ਕਿਹੜੀ ਰਮਾ, ਸਾਨੂੰ ਅਸੀਂ ਨਹੀਂ ਜਾਣਦੇ ਕਿਸੇ ਨੂੰ, ਤੁਸੀਂ ਕਿਹਦੇ ਕੋਲ ਅਪਲਾਈ ਕੀਤੀ ਸੀ, ਸਾਡੇ ਕੋਲ ਤੁਹਾਡਾ ਕੋਈ ਰਿਕਾਰਡ ਹੈ ਨਹੀਂ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਨਫੋਰਮੇਸ਼ਨ ਇਸ ਤਰੀਕੇ ਨਾਲ ਅਪਲਾਈ ਕਰੋ ਕਿ ਤੁਹਾਡੀ ਹਮੇਸ਼ਾ ਉਹਨਾਂ ਕੋਲ ਰਵੇ, ਔਰ ਜਦੋਂ ਮੰਗੋ ਉਹ ਤੁਹਾਨੂੰ ਦੇ ਦੇਣ। ਔਰ ਜਦੋਂ ਵੀ ਤੁਸੀਂ ਜਿਹੜੀ ਵੀ ਕੰਟਰੀ ਜਿਹੜੇ ਵੀ ਵੀਜ਼ਾ ਲੈਣਾ, ਤੁਹਾਨੂੰ ਜਾ ਕੇ ਬਸ ਸਿਰਫ ਉਹਨਾਂ ਨੂੰ ਇਹ ਦੱਸਣਾ ਪਵੇ ਕਿ ਸਾਡਾ ਵੀਜ਼ਾ ਇਸ ਜਗ੍ਹਾ ਅਪਲਾਈ ਕਰ ਦਿਓ, ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਰਵੇ। ਰੈਫਲਸ ਐਡੂਸਿਟੀ ਤੁਹਾਨੂੰ ਇੱਕ ਵਨ ਸਟਾਪ ਪਲੇਟਫਾਰਮ ਪ੍ਰੋਵਾਈਡ ਕਰਦੇ ਆ, ਬੱਚਿਆਂ ਦੀ ਆਈਲੈਟਸ ਤੋਂ ਲੈ ਕੇ ਬੱਚਿਆਂ ਦੇ ਬੱਚੇ ਹੋਣ ਤੱਕ ਦਾ ਸਾਰਾ ਸਫ਼ਰ ਆ ਉਹ ਸਾਡੇ ਥਰੂ ਜਾਊਗਾ। ਇੰਡੀਆ 'ਚ ਮੈਂ ਬੈਠਾ, ਕੈਨੇਡਾ 'ਚ ਮੇਰਾ ਬ੍ਰਦਰ ਤੇ ਮੇਰੇ ਬੇਟਾ ਬੈਠਾ ਹੋਇਆ, ਕਿਸੇ ਤਰ੍ਹਾਂ ਦੀ ਤੁਹਾਨੂੰ ਕਿਸੇ ਕੰਟਰੀ 'ਚ ਕੋਈ ਪ੍ਰੋਬਲਮ ਨਹੀਂ ਆਊ।